ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਏ। ਸਰਬ ਸੁਖ ਬਣੇ ਤੇਰੇ ਓਲੇ, ਪਰਮ ਕੇ ਪਰਦੇ ਸਤਿਗੁਰ ਖੋਲੇ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਾ ਨਿਰਵਾਣੇ। ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਨਾ ਵਰਤਾ ਸੋਈ ਨਿਰਵਾਨ। ਜਾ ਕੋ ਮਿਲਿਓ ਨਾਮ ਨਿਦਾਨਾ, ਪੰਥ ਨਾਨਕ ਤਾਕਾ ਪੂਰ ਖਜ਼ਾਨਾ। ਹਉ ਆਇਆ ਦੂਰੋਂ ਚੱਲ ਗਏ, ਮੈਂ ਤਕੀਤਾ ਸਰਨਾਏ ਜੀਓ। ਮੈਂ ਆਸਿਆ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ ਗਿਆਨ ਦੇ ਸਾਗਰ, ਗੁਰੂਆਂ ਦੇ ਗੁਰੂ, ਗੁਰੂਆਂ ਭਗਤਾਂ ਭੱਟਾਂ ਸਿੱਖਾਂ ਦੀ ਇਲਾਹੀ ਬਾਣੀ। ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜੀ ਸਾਧ ਸੰਗਤ ਜੀ, ਧੰਤਾ ਦੇ ਜੋੜ ਭਾਗੇ ਹੋ। ਮਹਾਰਾਜ ਜੀ ਨੇ ਮਿਹਰ ਕਿਰਪਾ ਦਇਆ ਕੀਤੀ ਹੈ। ਸਾਡੀ ਜ਼ਿੰਦਗੀ, ਸਾਡੇ ਜੀਵਨ ਨੂੰ ਸਫਲ ਜਾਂ ਲੇਖੇ ਵਿੱਚ ਲਾਉਣ ਦਾ ਬਹੁਤ ਹੀ ਪਿਆਰਾ ਸਮਾਂ ਬਖਸ਼ਿਆ। ਸੋ ਗੁਰੂ ਦੀ ਬਖਸ਼ਿਸ਼ ਇਹ ਸਮਾਂ ਹੈ, ਗੁਰੂ ਦੀ ਬਖਸ਼ਿਸ਼ ਇਹ ਤੰਦਰੁਸਤੀ ਹੈ, ਗੁਰੂ ਦੀ ਬਖਸ਼ਿਸ਼ ਇਹ ਉਦਮ ਇਸ਼ਨਾਨ ਸਿਹਤ ਹੈ, ਗੁਰੂ ਦੀ ਬਖਸ਼ਿਸ਼ ਬੈਠਣਾ ਹੈ, ਗੁਰੂ ਦੀ ਬਖਸ਼ਿਸ਼ ਬੋਲਣਾ ਹੈ, ਗੁਰੂ ਦੀ ਬਖਸ਼ਿਸ਼ ਸਰਵਣ ਕਰਨਾ, ਗੁਰੂ ਦੀ ਬਖਸ਼ਿਸ਼ ਗੁਰੂ ਤੋਂ ਗੁਰੂ ਦਾ ਉਪਦੇਸ਼ ਸਤ ਕਰਕੇ ਮੰਨਣਾ, ਇਹ ਸਾਰੀ ਗੁਰੂ ਦੀ ਬਖਸ਼ਿਸ਼। ਜਿਸ ਕੋਲ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹ ਭਾਗਾਂ ਵਾਲਾ ਹੋਇਆ ਕਰਦਾ ਹੈ। ਜੋ ਭਾਗਾਂ ਵਾਲਾ ਹੁੰਦਾ ਹੈ ਉਹ ਮਾਲਕ ਨਾਲ ਜੁੜ ਜਾਂਦਾ ਹੈ ਜਾਂ ਜੁੜਿਆ ਹੁੰਦਾ। ਜਿਹੜਾ ਜੁੜਿਆ ਹੁੰਦਾ ਉਹਦਾ ਜੀਵਨ ਜਿਹੜਾ ਹੈ ਸੱਚ ਵਾਲਾ ਹੁੰਦਾ। ਜਿਸ ਦਾ ਜੀਵਨ ਸੱਚ ਵਾਲਾ ਹੁੰਦਾ ਉਹਦਾ ਰਸਤਾ ਬਹੁਤ ਪਿਆਰਾ ਹੁੰਦਾ ਅਤੇ ਉਹਦੀ ਮੰਜ਼ਿਲ ਜਿਹੜੀ ਬੜੀ ਨਜ਼ਦੀਕ ਹੁੰਦੀ ਹੈ। ਜੇ ਕਿਸੇ ਦਾ ਇਸ ਤਰ੍ਹਾਂ ਦਾ ਜੀਵਨ ਹੈ ਜਾਂ ਬਣ ਗਿਆ ਜਾਂ ਬਣ ਰਿਹਾ, ਉਹ ਵੀ ਬਹੁਤ ਹੀ ਚੰਗਾ ਹੈ, ਵੱਡਿਆਂ ਭਾਗਾਂ ਵਾਲਾ ਹੈ। ਸੋ ਜੋ ਵਿਚਾਰ ਰੱਖੀ ਹੈ ਵੀ ਇਹ ਜੀਵਨ ਫਿਰ ਬਣਦਾ ਕਿਸ ਤਰ੍ਹਾਂ ਹੈ। ਜੀਵਨ ਵਿਹਲੇ ਰਹਿ ਕੇ ਨਹੀਂ ਬਣਦਾ, ਚੁੱਪ ਚਾਪ ਬੈਠਿਆ ਨਹੀਂ ਬਣਦਾ,
ਮਿਹਨਤ ਕਰਕੇ ਬਣਦਾ। ਜੇ ਕੋਈ ਜ਼ਿੰਦਗੀ ਦੇ ਵਿੱਚ ਤਰੱਕੀ ਜਾਂ ਸਫਲਤਾ ਪ੍ਰਾਪਤ ਕਰਦਾ, ਉਹ ਦਿਨ ਰਾਤ ਮਿਹਨਤ ਕਰਦਾ ਤਾਂ। ਜੇ ਉਹ ਮਿਹਨਤ ਨਾ ਕਰੇ ਤੇ ਉਸ ਦੀ ਰੋਟੀ ਵੀ ਜਿਹੜੀ 2-3 ਵਕਤ ਦੀ ਹੈ ਉਹ ਪੱਕ ਨਹੀਂ ਸਕਦੀ। ਮਤਲਬ ਉਸ ਨੂੰ ਆਪਣੇ ਪੇਟ ਨੂੰ ਭਰਨ ਦੇ ਲਈ ਜੋ ਰੋਟੀ ਕਮਾਉਣੀ ਹੈ ਉਹਦੇ ਲਈ ਵੀ ਮਿਹਨਤ ਕਰਨੀ ਪਏਗੀ, ਮਿਹਨਤ ਕਰਨੀ ਚਾਹੀਦੀ। ਮਤਲਬ ਮਿਹਨਤ ਤੋਂ ਬਾਅਦ ਜਿਹੜੀ ਹੈ ਸਫਲਤਾ ਉਹ ਨੈਚੁਰਲੀ ਹੈ। ਮਿਹਨਤ ਤੋਂ ਬਾਅਦ ਸਫਲਤਾ ਜਿਹੜੀ ਹੈ ਕੁਦਰਤੀ ਉਹ ਆਣੀ ਹੀ ਆਣੀ ਹੈ। ਜੋ ਮਿਹਨਤ ਨਹੀਂ ਕਰੇਗਾ ਉਹਨੂੰ ਕੁਝ ਵੀ ਨਹੀਂ ਮਿਲਣਾ। ਜੇ ਕੋਈ ਮਜ਼ਦੂਰ ਦਿਹਾੜੀ ਲਾਉਂਦਾ, ਕੰਮ ਕਰਦਾ ਤੇ ਉਹਨੂੰ ਆਸ ਹੁੰਦੀ ਹੈ ਕੋਈ ਨਾ ਕੋਈ ਪੈਸਾ ਮਿਲ ਜਾਏਗਾ। ਜੇ ਕੋਈ ਮਿਹਨਤ ਮਜ਼ਦੂਰੀ ਨਹੀਂ ਕਰਦਾ ਤੇ ਉਹ ਖਾਲੀ ਰਹਿੰਦਾ ਹੈ, ਉਹ ਖਰਚੇ ਤੋਂ ਵੀ ਔਖਾ ਹੋ ਜਾਂਦਾ। ਇਸ ਲਈ ਗੁਰੂ ਸਾਹਿਬ ਸਾਨੂੰ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਲਈ ਮਿਹਨਤ ਕਹਿ ਰਹੇ ਨੇ ਵੀ ਮਿਹਨਤ ਕਰਨੀ ਹੈ। ਮਿਹਨਤ ਕਿਵੇਂ ਕਰਨੀ ਹੈ? ਉਹ ਮਿਹਨਤ ਤੇ ਅਸੀਂ ਕਰਨੀ ਹੈ ਜਿਹੜੀ ਆਪਣੇ ਪਰਿਵਾਰ ਵਿੱਚ ਕਰਦੇ ਹਾਂ। ਘਰ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਮਿਹਨਤ ਕਰਦੇ ਹਾਂ। ਉਹਦੇ ਸਾਰੇ ਕਰਦੇ ਨੇ, ਪਸ਼ੂ ਪੰਛੀ ਵੀ ਕਰਦੇ ਆ, ਉਹ ਵੀ ਕਰਦੇ ਨੇ। ਅਸੀਂ ਮਿਹਨਤ ਕਿਹੜੀ ਕਰਨੀ ਹੈ ਤਾਂ ਜੋ ਪ੍ਰਮਾਤਮਾ ਦੀ ਮਿਹਰ ਆ ਸਕੇ। ਅਸੀਂ ਮਿਹਨਤ ਕਿਹੜੀ ਕਰਨੀ ਹੈ? ਜਿਸ ਤਰ੍ਹਾਂ ਸਾਡਾ ਜੀਵਨ ਬਹੁਤ ਚੰਗਾ ਚੱਲ ਰਿਹਾ ਹੈ ਜਾਂ ਚੱਲਣਾ ਚਾਹੀਦਾ ਹੈ, ਉਹਦੇ ਲਈ ਮਿਹਨਤ ਕੀਤੀ। ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਬਣਾਉਣ ਦੇ ਲਈ, ਆਪਣੇ ਵਿਚਾਰਾਂ ਨੂੰ ਚੰਗੇ ਬਣਾਉਣ ਲਈ, ਆਪਣੇ ਮਨ ਨੂੰ ਚੰਗਾ ਕਰਨ ਦੇ ਲਈ ਤੇ ਜ਼ਿੰਦਗੀ ਦੇ ਵਿੱਚ ਰੂਹਾਨੀਅਤ ਤੌਰ 'ਤੇ ਤਰੱਕੀ ਕਰਨ ਦੇ ਲਈ ਸਾਨੂੰ ਇਸ ਲਾਈਫ ਵਿੱਚ, ਇਸ ਜੀਵਨ ਦੇ ਵਿੱਚ ਗੁਰੂ ਨਾਲ, ਗੁਰੂ ਦੀ ਬਾਣੀ ਦੁਆਰਾ ਜੁੜਨਾ ਪਏਗਾ। ਸਾਨੂੰ ਬਾਣੀ ਵੱਧ ਤੋਂ ਵੱਧ ਸੁਣਨੀ ਪਏਗੀ, ਪੜ੍ਹਨੀ ਪਏਗੀ ਅਤੇ ਉਹਦੇ 'ਤੇ ਵਿਚਾਰ ਕਰਨਾ ਪਏਗਾ। ਸਭ ਤੋਂ ਵੱਡੀ ਗੱਲ ਹੈ ਵਿਚਾਰ। ਬਾਣੀ ਪੜ੍ਹੀ ਵੀ ਜਾਂਦੀ ਹੈ, ਸੁਣੀ ਵੀ ਜਾਂਦੀ ਹੈ, ਪਰ ਬਾਣੀ ਦਾ ਵਿਚਾਰ ਜਿਹੜਾ ਬਹੁਤ ਘੱਟ ਹੁੰਦਾ। ਬਾਣੀ ਪੜ੍ਹੀ ਦੀ ਬਹੁਤ ਹੈ, ਸੁਣੀ ਦੀ ਵੀ ਬਹੁਤ ਹੈ, ਪਰ ਬਾਣੀ ਦਾ ਵਿਚਾਰ ਬਹੁਤ ਜ਼ਿਆਦਾ ਨਹੀਂ ਮਿਲਦਾ, ਬਹੁਤ ਘੱਟ ਮਿਲਦਾ ਹੈ। ਕਿਉਂਕਿ ਜਦੋਂ ਵਿਚਾਰ ਹੁੰਦਾ ਫਿਰ ਵਿਚਾਰ ਦੇ ਵਿੱਚ ਮਨੁੱਖ ਨੂੰ ਸ਼ੀਸ਼ਾ ਦਿਸਦਾ। ਗੁਰਬਾਣੀ ਸ਼ੀਸ਼ਾ ਦਿਖਾਉਂਦੀ ਹੈ। ਜਦੋਂ ਵਿਚਾਰ ਹੁੰਦਾ ਤੇ ਸ਼ੀਸ਼ੇ ਦੇ ਵਿੱਚ ਆਪਣੀਆਂ ਹਮੇਸ਼ਾ ਕਮੀਆਂ ਹੀ ਦਿਖਦੀਆਂ ਹਨ। ਸ਼ੀਸ਼ੇ ਦੇ ਵਿੱਚ ਕੋਈ ਆਪਣਾ ਮੁੱਖ ਦੇਖਦਾ, ਹਮੇਸ਼ਾ ਮੁੱਖ ਨੂੰ ਸਵਾਰੇਗਾ, ਕੱਪੜੇ ਨੂੰ ਸਵਾਰੇਗਾ, ਵਾਲਾਂ ਨੂੰ ਸਵਾਰੇਗਾ, ਸਹੀ ਕਰੇਗਾ, ਦਸਤਾਰ ਪੱਗ ਨੂੰ ਸਹੀ ਕਰੇਗਾ। ਕਦੀ ਇਸ ਤਰ੍ਹਾਂ ਨਹੀਂ ਹੋਇਆ ਵੀ ਸ਼ੀਸ਼ੇ ਦੇ ਮੂਹਰੇ ਕੋਈ ਖਲੋਤਾ ਹੋਵੇ ਤੇ ਬਸ ਸ਼ੀਸ਼ਾ ਦੇਖਿਆ ਤੇ ਬਸ ਨਹੀਂ। ਸ਼ੀਸ਼ਾ ਦੇਖਣ ਤੋਂ ਬਾਅਦ ਉਹ ਆਪਣੇ ਚਿਹਰੇ 'ਤੇ, ਆਪਣੇ ਸਿਰ 'ਤੇ, ਮੂੰਹ 'ਤੇ ਹੱਥ ਜ਼ਰੂਰ ਫੇਰੇਗਾ, ਲਾਵੇਗਾ ਤੇ ਜਿਹੜੀ ਕੋਈ ਕਮੀ ਉਸ ਨੂੰ ਦਿਸੇਗੀ ਚਿਹਰੇ 'ਤੇ, ਉਹਨੂੰ ਦੂਰ ਕਰਨ ਦਾ ਯਤਨ ਕਰੇਗਾ। ਕਿਉਂਕਿ ਸ਼ੀਸ਼ੇ ਨੇ ਚਿਹਰਾ ਦਿਖਾ ਦਿੱਤਾ, ਇੱਥੋਂ ਤੇਰਾ ਚਿਹਰਾ ਸਹੀ ਨਹੀਂ ਹੈ, ਇੱਥੋਂ ਤੇਰੀ ਦਸਤਾਰ ਸਹੀ ਨਹੀਂ ਬੰਨੀ ਗਈ, ਇੱਥੇ ਵੱਟ ਪਏ ਹੋਏ ਨੇ, ਇੱਥੇ ਆਹ ਹੈ, ਇੱਥੇ ਟੇਢੀ ਹੈ। ਇਹ ਸਾਨੂੰ ਸ਼ੀਸ਼ਾ ਦੱਸਦਾ। ਬਾਣੀ ਇੱਕ ਸ਼ੀਸ਼ਾ ਹੈ। ਬਾਣੀ ਸ਼ੀਸ਼ੇ ਦੇ ਰੂਪ ਦੇ ਵਿੱਚ ਜਦੋਂ ਸਾਨੂੰ ਸਾਡਾ ਰੂਪ ਦਿਖਾਉਂਦੀ ਹੈ, ਅਸੀਂ ਹੈਰਾਨ ਹੋ ਜਾਂਦੇ ਹਾਂ ਵੀ ਸਾਡਾ ਰੂਪ ਇਹ ਹੈ। ਜਦੋਂ ਸਾਡੀ ਅਸਲੀਅਤ ਸਾਨੂੰ ਬਾਣੀ ਦਿਖਾਉਂਦੀ ਹੈ, ਜਦੋਂ ਸਾਡੇ ਮਨ ਵਿੱਚ ਨਫ਼ਰਤ, ਈਰਖਾ ਤੇ ਮਾੜਾ ਦੇਖਣਾ, ਮਾੜਾ ਸੁਣਨਾ, ਮਾੜਾ ਕਰਨਾ, ਇਹ ਚੀਜ਼ਾਂ ਸਾਹਮਣੇ ਸ਼ੀਸ਼ੇ ਦੇ ਆਉਂਦੀਆਂ ਹਨ ਤੇ ਬੰਦੇ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਵੀ ਮੈਂ ਐਸਾ। ਬਾਣੀ ਦੇ ਵਿੱਚ ਉਸ ਮਾਲਕ ਨੇ, ਪਾਤਸ਼ਾਹ ਨੇ ਲਿਖਿਆ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ तुम पाप खंडन निको ठाकुर देसा। माधो हम ऐसे तू ऐसा।
ਉਹ ਮਾਲਕ ਸਾਨੂੰ ਸ਼ੀਸ਼ਾ ਦਿਖਾ ਕੇ, ਜਿਵੇਂ ਸ਼ੀਸ਼ਾ ਸਾਡਾ ਨੁਕਸ ਦੂਰ ਕਰਦਾ, ਅਸੀਂ ਆਪਣੇ ਚਿਹਰੇ ਨੂੰ ਸਹੀ ਕਰ ਲੈਂਦੇ ਹਾਂ। ਇਸੇ ਤਰ੍ਹਾਂ ਜਦੋਂ ਬਾਣੀ ਸਾਡੇ ਵਿੱਚੋਂ ਕਮੀਆਂ ਦੱਸਦੀ ਹੈ, ਸ਼ੀਸ਼ਾ ਦਿਖਾਉਂਦੀ ਹੈ, ਜਿਹੜਾ ਗੁਰਮੁਖ ਪਿਆਰਾ ਹੁੰਦਾ, ਮੰਨਣ ਵਾਲਾ ਹੁੰਦਾ, ਉਹ ਆਪਣੀਆਂ ਕਮੀਆਂ ਦੂਰ ਕਰਦਾ ਜਾਂਦਾ, ਆਪਣੇ ਜੀਵਨ ਦੇ ਵਿੱਚ ਕਮੀਆਂ ਕੱਢੀ ਜਾਂਦਾ, ਬਾਹਰ ਦੂਰ ਕਰੀ ਜਾਂਦਾ। ਔਰ ਇੱਕ ਦਿਨ ਉਸ 'ਤੇ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਬਿਲਕੁਲ ਅੰਦਰੋਂ ਨਿਮਰਤਾ ਵਾਲਾ, ਬਹੁਤ ਹੀ ਚੰਗੀ ਨੇਚਰ ਸੁਭਾਅ ਵਾਲਾ, ਭਾਣੇ ਵਿੱਚ ਰਹਿਣ ਵਾਲਾ, ਗੁਰਮੁਖ ਪਿਆਰਾ, ਰੱਬ ਦਾ ਪਿਆਰਾ ਉਹ ਬਣ ਜਾਵੇਗਾ। ਇਸ ਕਰਕੇ ਗੁਰਬਾਣੀ ਜਿਹੜੀ ਹੈ ਇੱਕ ਚਾਨਣ ਹੈ, ਇੱਕ ਸ਼ੀਸ਼ਾ ਹੈ, ਅਤੇ ਇਹ ਚਾਨਣ, ਇਹ ਸ਼ੀਸ਼ਾ, ਇਹ ਸਾਨੂੰ ਕਲੀਨ ਕਰਦਾ, ਸਾਡੇ ਮਨ ਨੂੰ ਕਲੀਨ ਕਰਦਾ। ਜਿਹੜਾ ਮਨ ਜਨਮ ਜਨਮ ਦਾ, ਮਹਾਰਾਜ ਜੀ ਬਾਣੀ ਵਿੱਚ ਲਿਖਦੇ ਨੇ, ਕਾਲਾ ਹੋ ਚੁੱਕਾ ਹੈ। ਸੋ ਗੁਰੂ ਸਾਹਿਬ ਜੀ ਮਿਹਰ ਕਰਨ, ਦਇਆ ਕਰਨ ਵੀ ਅਸੀਂ ਜਾਂ ਸਾਡਾ ਮਨ ਚੰਗੇ ਪਾਸੇ ਲੱਗ ਸਕੇ, ਚੰਗੇ ਰਾਹ 'ਤੇ ਚੱਲ ਸਕੀਏ, ਔਰ ਆਪਣੇ ਜੀਵਨ ਦੇ ਵਿੱਚ ਤਰੱਕੀ ਕਰ ਸਕੀਏ। ਤਰੱਕੀ ਦਾ ਮਤਲਬ ਵੀ ਜੀਵਨ ਦੇ ਵਿੱਚ ਖੁਸ਼ਹਾਲ ਹੋ ਸਕੀਏ। ਖੁਸ਼ਹਾਲੀ ਦਾ ਮਤਲਬ ਜੀਵਨ ਦੇ ਵਿੱਚ ਚੰਗੇ ਗੁਣ ਧਾਰਨ ਕਰ ਸਕੀਏ। ਚੰਗੇ ਗੁਣਾਂ ਦਾ ਮਤਲਬ ਚੰਗਾ ਸੁਭਾਅ ਬਣਾ ਸਕੀਏ। ਚੰਗਾ ਸੁਭਾਅ ਦਾ ਮਤਲਬ ਗੁਰਮਤਿ ਨੂੰ ਧਾਰਨ ਕਰੀਏ। ਗੁਰਮਤਿ ਦੇ ਧਾਰਨ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਈਏ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਣ ਦਾ ਮਤਲਬ ਵੀ ਗੁਰਦੁਆਰੇ ਹੋਏ ਸੋਝੀ ਪਾਏ ਸੀ, ਆਹ ਕੰਮ ਕਰੀਏ, ਅਤੇ ਫਿਰ ਸਾਡਾ ਜੀਵਨ ਜਿਹੜਾ ਗੁਰਮਤਿ ਵਾਲਾ, ਚੜ੍ਹਦੀ ਕਲਾ ਵਾਲਾ ਜੀਵਨ ਜਿਹੜਾ ਬਣ ਸਕਦਾ। ਸੋ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਬੜਾ ਪਿਆਰਾ ਸੀ, ਪੰਕਤੀਆਂ ਪੜ੍ਹੀਆਂ ਨੇ, ਆਸਾ ਮਹੱਲਾ ਪੰਜਵਾਂ। ਕਹਿੰਦੇ ਰਾਜ ਲੀਲਾ ਤੇਰੇ ਨਾਮ ਬਣਾਈ। ਲੀਲਾ ਦਾ ਮਤਲਬ ਹੁੰਦਾ ਵੀ ਮੌਜ ਮੇਲਾ, ਬੜਾ ਖੁਸ਼ੀ ਨੂੰ ਮਹਿਸੂਸ ਕਰਨਾ ਬਹੁਤ ਵਧੀਆ ਤਰੀਕੇ ਦੇ ਨਾਲ, ਜਾਂ ਖੁਸ਼ ਰਹਿਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਹੇ ਮੇਰੇ ਮਾਲਕ, ਰਾਜ ਲੀਲਾ ਤੇਰੇ ਨਾਮ ਬਣਾਈ। ਜਿਵੇਂ ਰਾਜ ਤੋਂ ਮਿਲਣ ਵਾਲਾ ਸੁੱਖ ਆਨੰਦ, ਸ਼ਕਤੀ ਤੋਂ ਮਿਲਣ ਵਾਲਾ ਸੁੱਖ ਆਨੰਦ, ਤਾਕਤ ਤੋਂ ਮਿਲਣ ਵਾਲਾ ਸੁੱਖ ਆਨੰਦ, ਔਰ ਪਦਾਰਥਾਂ ਤੋਂ ਮਿਲਣ ਵਾਲਾ ਸੁੱਖ ਆਨੰਦ ਜਿਹੜਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਾਲਕ ਮਿਹਰ ਕੀਤੀ ਹੈ, ਤੂੰ ਆਪਣੇ ਨਾਮ ਦੇ ਵਿੱਚੋਂ ਹੀ ਇਹ ਮੈਨੂੰ ਸਭ ਕੁਝ ਦੇ ਦਿੱਤਾ। ਰਾਜ ਲੀਲਾ ਤੇਰੇ ਨਾਮ ਬਣਾਈ। ਅਤੇ ਜਦੋਂ ਨਾਮ ਦੇ ਦਿੱਤਾ, ਨਾਮ ਮਿਲ ਗਿਆ, ਅਤੇ ਮਹਾਰਾਜ ਜੀ ਕਹਿੰਦੇ ਫਿਰ ਮੌਜ ਬਣ ਗਈ, ਫਿਰ ਆਨੰਦ ਹੀ ਆਨੰਦ। ਜਿਵੇਂ ਰਾਜੇ ਲੋਕਾਂ ਨੂੰ ਬਹੁਤ ਜ਼ਿਆਦਾ ਸਹੂਲਤ ਦਿੰਦੇ ਨੇ, ਬਹੁਤ ਜ਼ਿਆਦਾ ਉਹਨਾਂ ਦੇ ਲਈ ਲੋੜਾਂ ਨੂੰ ਪੂਰੀਆਂ ਕਰਦੇ ਨੇ, ਇਸੇ ਤਰ੍ਹਾਂ ਜਿਹੜਾ ਮਾਲਕ ਹੈ, ਸਾਡਾ ਮਾਲਕ, ਜਿਸ ਨੂੰ ਪ੍ਰਮਾਤਮਾ ਗੌਡ ਕਹਿੰਦੇ ਆ, ਉਹ ਵੀ ਸਾਡੇ 'ਤੇ ਮਿਹਰ ਕਰਕੇ ਸਭ ਤੋਂ ਕੀਮਤੀ ਵਸਤੂ ਜਿਹੜੀ ਹੈ ਨਾਮ, ਉਹ ਦੇ ਦਿੰਦਾ ਹੈ। ਅਤੇ ਜਿਸ ਕੋ ਨਾਮ ਹੈ, ਰਾਜ ਲੀਲਾ ਤੇਰੇ ਨਾਮ ਬਣਾਈ, ਜਿਸ ਨੂੰ ਬਖਸ਼ੇ ਸਿਵਤ ਸਾਲਾਹ, ਨਾਨਕ ਬਾਦਸ਼ਾਹੀ ਬਾਦਸ਼ਾਹ। ਉਹ ਰਾਜਾ ਹੈ, प्रभु को सिमरे से बेमोहताजे, प्रभु को सिमरे से सर्व के राजे, राज लीला तेरे नाम बनाई। जोग बनया तेरा कीर्तन गाए। गुरु अर्जन देव महाराज जी कहते, सानू तो राजे भी बनाया, सानू तो जोगी भी बनाया। असी राजे भी हैं, जदों रब सानू रजा दिंदा असी राजे हाँ, जदों परमात्मा सानू सबर संतोख दे दिंदा असी राजे हाँ। तो गुरु साहब जी कहते असी जोगी भी हाँ। जोग बनया तेरा कीर्तन गाए। मैनू जोगियां वाला जोग प्राप्त हो गया, मैं जोगी भी बन गया। किदां?
जदों मैनू तेरा कीर्तन, तेरी कीर्ति, तेरी सिफत सलाह मैनू मिले। जदों मैनू तेरी सिफत सलाह बख्शिश के रूप दे विच मिली तो फिर मैं जोगी भी बन गया। क्योंकि जोग न भगवी कपड़ी, जोग न मैले वेश, नानक कर बैठे हैं जोग पाइए सतगुर के उपदेश। गली जोग न होई एक दृष्ट कर समसर जाने, जोगी कही है सोई। सानू साडे बाबे ने गुरु नानक पातशाह ने दृष्टि ऐसी दिती, असी सारिਆਂ ਨੂੰ बराबर एक नज़र ਦੇ ਨਾਲ देखते हैं। ਜਿਹੜਾ सिख है वो ਸਾਰਿਆਂ ਨੂੰ अपने परिवार वांग वेखदा, दूसरिਆਂ ਨੂੰ अपने बच्चों वांग देखदा है। ये असल दे विच जोग है, ये असल दे विच बंदगी है। जिहड़ा गुरमुख प्यारा ਉਹਦੀ दृष्टि ऐसी बन जाती है भी ਉਹਦੇ ਲਈ सारे ਇੱਕੋ ही ਹਨ, समान है। तो ये जिहड़ी चीज़ है महाराज जी कहते ये फकीरी, ये जोग, ये गुरमुखां वाला जीवन मैनू तेरी सिफत सलाह दे विचों प्राप्त हो रहा जां मैं प्राप्त कर रहा हाँ। जोग बनिया तेरा कीर्तन गाए, सर्व सुखा बने तेरे ओले। सो तेरे आसरे दे नाल सारे ही सुख जिहड़े ने वो मेरे हो गए। उन्होंने मैनू ओला दे दिता, मैनू मतलब एक ऐसी सपोर्ट दे दी, एक ऐसा हाथ रखिया मेरे सिर ते, एक ऐसी मैनू जगह दे दी भी मेरे वास्ते तेरा आसरा या तेरी बाणी या तेरी कृपा ये सब कुछ मेरे लिए सुख बन गए। सर्व सुखा बने तेरे ओले, भरम के पर्दे सतगुर खोले राहो। ते मेरे ते मेहर होई, मेरे मालक ने मेहर करके मेरे अंदरों जिहड़े भरम दे पर्दे सी ना, भरम दा मतलब हुंदा है दूजा मतलब भटकना। जे किसी को भरम लग जाए या भरम पै जाए इसका मतलब है भटक गया, अपने रस्ते तो भटक गया, अपनी सोच तो भटक गया, अपने उस राह तो भटक गया जिस राह ते जाके मंजिल को प्राप्त करना सी। सो इसलिए भरम के पर्दे सतगुर खोले, मेरे अंदरों माया की खातर जिहड़ी दौड़ लगी हुई सी, पर्दा पिया होया सी मेरी अकल ते पर्दा, मन ते पर्दा, वो पर्दा गुरु महाराज जी कहते हैं हे मेरे मालक, हे मेरे गुरु सच्चे पातशाह आप जी ने उतार दिता। ये पर्दा ये जाला तुसी उतार दिता। भरम के पर्दे सतगुर खोले, भरम का मतलब हुंदा है किसी भटकना दे विच पै जाना, किसी शंके दे विच पै जाना, किसी डाउट विच पै जाना, तो फिर इसनू गुरु साहब ही खोल देने। इस पर्दे नू गुरु साहब ही अपनी बाणी द्वारा चकदे ने। भरम के पर्दे सतगुर खोले, पर इहदे लई सतगुर कोल जाना पएगा, जाना पएगा। देखो डॉक्टर कोल कोई अपने शरीर दे उपर कोई भी जख्म किसी दे हो जाए जां उहदे विच कोई चीज़ ऐसी आ जाए जां पस पै जाए, पीक पै जाए, तो डॉक्टर उसनूं चीर के उस दे विचों जो भी गंदगी है उसनूं बाहर कढ़ दिंदा है, उसनूं साफ करके उस दे उपर मलम ला के दवाई ला के उस ते पट्टी कर दिंदा तो उसनूं हौली हौली आराम आ जाता। उस तरह ही पहले वांग मास आ जाता। सो ये कौन करदा? वैद करदा, डॉक्टर करदा। तो इस तरह महाराज जी कहते जिस दे अंदर भरम दे जख्म ने, जिस दे अंदर भरम दे जख्म पै गए ने, वो जख्मां नूं कौन भरेगा?
मेरा वैद गुरु गोविंदा। हर हर नाम औखद मुख देवे काटे जम की फंदा। मेरा मालक मेरा ओ वैद वाहिगुरु। ਉਹ ਹੀ ਇਸ ਭਰਮ ਦੇ ਜ਼ਖਮ ਨੂੰ ਕੱਟ ਕੇ ਕਲੀਨ ਕਰਕੇ ਸਹੀ ਕਰਕੇ ਆਪ ਹੀ ਮਿਹਰ ਕਿਰਪਾ ਉਹ ਆਪ ਕਰੇਗਾ। ਭਰਮ ਦੇ ਪਰਦੇ ਸਤਿਗੁਰ ਖੋਲ੍ਹ। ਸੋ ਮੇਰੇ 'ਤੇ ਮਹਾਰਾਜ ਜੀ ਨੇ ਮਿਹਰ ਕੀਤੀ ਹੈ, ਕਿਰਪਾ ਕੀਤੀ ਹੈ। ਜੋ ਵੀ ਮੈਨੂੰ ਕੋਈ ਡਾਊਟ ਸੀ, ਜੋ ਵੀ ਮੈਨੂੰ ਕੋਈ ਸ਼ੱਕ ਸੀ, ਜੋ ਵੀ ਮੈਨੂੰ ਕੋਈ ਭਰਮ ਸੀ, ਉਹ ਮੁਕਾ ਦਿੱਤੇ ਮੇਰੇ ਮਾਲਕ ਨੇ। ਹੁਕਮ ਬੂਝ ਰੰਗ ਰਸ ਮਾਣੇ। ਬਾਣੀ ਦੀ ਇੱਕ ਹੋਰ ਪੰਕਤੀ ਹੈ ਇਹਦੇ ਨਾਲ ਲੱਗਦੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇਂ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਂਦਾ ਜਾਏ ਸੀ। ਹੁਕਮ ਬੂਝ ਰੰਗ ਰਸ ਮਾਣੇ। ਜੋ ਹੁਕਮ ਨੂੰ ਮੰਨ ਲੈਂਦਾ, ਹੁਕਮ ਨੂੰ ਬੁੱਝ ਲੈਂਦਾ, ਜਿੰਝ ਕਹਿ ਲਈਏ ਜਿਹੜਾ ਕਹਿਣਾ ਮੰਨ ਲੈਂਦਾ ਪੰਜਾਬੀ ਵਿੱਚ। ਜੋ ਕਹਿਣਾ ਨਹੀਂ ਮੰਨਦਾ ਉਹਨੂੰ ਰਸ ਨਹੀਂ ਮਿਲਦਾ, ਇੱਜ਼ਤ ਨਹੀਂ ਮਿਲਦੀ, ਰਿਸਪੈਕਟ ਨਹੀਂ ਮਿਲਦੀ। ਜਿਹੜਾ ਕਹਿਣਾ ਮੰਨ ਲੈਂਦਾ ਉਸ ਨੂੰ ਇੱਜ਼ਤ ਰਿਸਪੈਕਟ ਮਿਲਦੀ ਹੈ, ਉਸ ਨੂੰ ਐਕਸਟਰਾ ਵੀ ਕਈ ਕੁਛ ਮਿਲ ਜਾਂਦਾ। ਜਿਹੜਾ ਇਨਸਾਨ ਦੂਸਰੇ ਇਨਸਾਨ ਦੀ ਇੱਜ਼ਤ ਕਰਦਾ, ਪਿਆਰ ਕਰਦਾ ਔਰ ਉਸ ਦੀ ਗੱਲ ਨੂੰ ਬਹੁਤ ਧਿਆਨ ਦੇ ਨਾਲ ਸੁਣ ਕੇ ਉਸ 'ਤੇ ਗੌਰ ਕਰਦਾ, ਉਸ ਨੂੰ ਮੰਨਦਾ, ਤੇ ਬਾਣੀ ਵਿੱਚ ਲਿਖਿਆ ਉਸ ਨੂੰ ਇੱਕ ਰਸ ਮਹਿਸੂਸ ਹੋਏਗਾ। ਜਦੋਂ ਕੋਈ ਕਿਸੇ ਦੀ ਗੱਲ ਨੂੰ ਟਾਲਦਾ ਜਾਂ ਮੋੜਦਾ, ਕਿਸੇ ਦਾ ਕਹਿਣਾ ਮੋੜਦਾ, ਧਿਆਨ ਦੇਣਾ, ਉੱਥੇ ਰਸ ਨਹੀਂ ਰਹਿੰਦਾ। ਦੋਹਾਂ ਵਿੱਚ ਰਸ ਨਹੀਂ ਰਹਿੰਦਾ, ਭਾਵ ਨਹੀਂ ਰਹਿੰਦਾ, ਮਤਲਬ ਪ੍ਰੇਮ ਨਹੀਂ ਰਹਿੰਦਾ। ਜਦੋਂ ਕਿਸੇ ਨੇ ਕੋਈ ਗੱਲ ਆਖੀ, ਸਾਹਮਣੇ ਵਾਲੇ ਨੇ ਮੰਨ ਲਈ, ਤੇ ਇੱਕ ਬਹੁਤ ਵੱਡੀ ਗੱਲ ਹੈ ਵੀ ਇੱਕ ਨੇ ਕਹੀ, ਦੂਸਰੇ ਨੇ ਮੰਨ ਕੇ ਉਸ 'ਤੇ ਫੁੱਲ ਚੜ੍ਹਾ ਦਿੱਤੇ, ਉਸ ਨੂੰ ਸਤ ਕਰਕੇ ਮੰਨਿਆ, ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਨਹੀਂ ਕੀਤਾ, ਤੇ ਫਿਰ ਉਹਦੀ ਜਿਹੜੀ ਸਿਫਤ ਹੈ, ਉਹਨੂੰ ਜਿਹੜੀ ਅੰਦਰੋਂ ਸ਼ਾਂਤੀ ਹੈ, ਉਹ ਇੱਕ ਵੱਖਰੀ ਹੀ ਪ੍ਰਾਪਤ ਹੋਵੇਗੀ। ਹੁਕਮ ਬੂਝ ਰੰਗ ਰਸ ਮਾਣੇ। ਜਿਨ੍ਹਾਂ ਨੇ ਰੱਬ ਦਾ ਹੁਕਮ ਜਾਂ ਰੱਬ ਦੀ ਰਜ਼ਾ ਨੂੰ ਸਮਝ ਲਿਆ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਆਤਮਿਕ ਤੌਰ 'ਤੇ ਬਹੁਤ ਸ਼ਾਂਤੀ ਆਏਗੀ, ਉਹਨਾਂ ਨੂੰ ਆਤਮਿਕ ਆਨੰਦ ਆਏਗਾ। ਦੁਨੀਆ ਦੇ ਦੁੱਖ ਦਲਿੱਦਰ ਕਲੇਸ਼ ਭਾਵੇਂ ਹਨ, ਪਰ ਉਸ 'ਤੇ ਕੋਈ ਅਸਰ ਨਹੀਂ ਹੋਏਗਾ। ਉਹ ਪ੍ਰਸੰਨ ਖੁਸ਼ ਰਹੇਗਾ ਤੇ ਰੱਖੇਗਾ। ਸੋ ਗੁਰੂ ਸਾਹਿਬ ਜੀ ਸਾਨੂੰ ਦੱਸ ਰਹੇ ਨੇ, ਮਹਾਰਾਜ ਜੀ ਮਿਹਰ ਕਰ ਰਹੇ ਨੇ, ਹੁਕਮ ਬੂਝ ਰੰਗ ਰਸ ਮਾਣੇ। ਤੂੰ ਹੁਕਮ ਨੂੰ ਮੰਨ ਕੇ ਰਸ ਪ੍ਰਾਪਤ ਕਰ ਸਕਦਾ ਹੈ। ਸੋ ਜਿਨ੍ਹਾਂ ਨੇ ਵੀ ਗੁਰੂ ਦਾ ਹੁਕਮ ਮੰਨਿਆ, ਜਾਂ ਸੰਸਾਰ ਦੇ ਵਿੱਚ ਵਿਚਰਦੇ ਹੋਏ ਕਿਸੇ ਦੀ ਗੱਲ ਮੰਨੀ, ਹੁਕਮ ਮੰਨਿਆ, ਉਹ ਬੰਦੇ ਨੂੰ ਕਿਸੇ ਚੀਜ਼ ਦੀ ਕਮੀ ਜਾਂ ਘਾਟ ਨਹੀਂ ਆਈ। ਜਿਹੜਾ ਕਦੀ ਵੀ ਕਿਸੇ ਨੂੰ ਜਵਾਬ ਨਹੀਂ ਦਿੰਦਾ, ਉਹਦੇ ਵੱਲ ਬਹੁਤ ਜ਼ਿਆਦਾ ਧਿਆਨ ਹੁੰਦਾ। ਜਿਹੜਾ ਕਦੇ ਵੀ ਕਿਸੇ ਦੀ ਗੱਲ ਮੋੜਦਾ ਨਹੀਂ, ਉਸ ਵੱਲ ਬਹੁਤ ਜ਼ਿਆਦਾ ਧਿਆਨ ਹੋ ਜਾਂਦਾ, ਬਹੁਤ ਜ਼ਿਆਦਾ ਉਹਦੇ ਨਾਲ ਪਿਆਰ ਹੋ ਜਾਂਦਾ, ਤੇ ਉਸ ਨੂੰ ਇਨਸਾਨ ਜਿਹੜਾ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਦੀ ਹੈਲਪ, ਉਸ ਨੂੰ ਮਾਣ, ਉਸ ਨੂੰ ਸਤਿਕਾਰ ਦੇਣ ਦੀ ਕੋਸ਼ਿਸ਼ ਕਰਦਾ। ਸੋ ਆਖਰੀ ਪੰਕਤੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਉਹਨਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਪੰਕਤੀਆਂ ਦੇ ਵਿੱਚ ਕਹਿੰਦੇ, ਇਹ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਨਾਮ ਰਤਾ ਸੋਈ ਨਿਰਵਾਨ।
ਤੇ ਜਾਕੋ ਮਿਲਿਓ ਨਾਮ ਨਿਧਾਨਾ। हाँ पंक्ति असी पढ़ी है, हुक्म बोझ रंग रस माने। उस तो अगली पंक्ति है, सतगुर सेवा महानिर्वाण। जिहड़ी सतगुरु ने सानू सेवा बख्शी है, जे वो सेवा असी कर लईए तो साडे कोल बरकतां ही बरकतां आ जाणगियां। सेवा का मतलब ये नहीं भी कोई सानू भांडे मांजन नूं कला क्या, वो भी मांजने ने, वो भी करनी है, पर इस तो इलावा संसार दे विच विचरना भी एक सेवा। संसार दे विच विचर के एक दूजे का सत्कार इज्जत मान करनी है भी सेवा। तो जिहड़ा वासना रहत हो के उस मालक की सिफत करदा जां सेवा करदा किसी भी तरीके दे नाल किसी दी भी, तो गुरु साहब जी कहंदे उसनूं वासना रहत जिंदगी प्राप्त होंदी। वासना का मतलब हर वेले मन भटकदा ही रहना, आ भी मैनू मिल जे, आ भी मैनू मिल जे, आ मैं खा ला, आ मैं पहन लवां, उत्थे मैं चला जावां, आ मैं भोग लवां, आ प्राप्त कर लवां। इहनूं कहंदे ने मतलब वो वासना। वासना वो वासना तो रहत गुरु महाराज जी कहंदे तैनूं जीवन मिल जाएगा जदों तू सतगुर सेवा, जदों गुरु की सेवा जां गुरु दे बनाए हुए संसार की सेवा दे विच जुटेगा। ध्यान देना, अपना भला तो असीं सारे ही करते हैं, किसी का भला जिहड़ा करदा है वो सेवा। अपना भला करना ये सेवा नहीं, अपना आप सवारना ये तो साडा फर्ज है, ये तो करना ही है। असी अपना असी नहाना है, ये तो साडा फर्ज है। सोहने कपड़े पाने साडा फर्ज है, ये तो कम करना। दूजे नूं कपड़े पाने लीड़े पाने फर्ज है, पर दूजे नूं सोहने कपड़े पाने, दूजे नूं नहाउणा ये सेवा दे विच आ जांदा है। आप नहाना धोना जां लीड़े पाने ये सेवा विच नहीं हुंदा, फर्ज विच आउंदा है। ते जिहड़ा किसी दूसरे नूं नहाउणा धोना, दूसरे नूं सोहणे कपड़े लीड़े पवाने, ते इसनूं ही कहंदे ने सतगुर सेवा महानिर्वाण है। ते जिहड़ा इस तरह करदा उहनूं बहुत वड्डी वासना रहत हो के अवस्था प्राप्त होंदी है। जिहड़ा इस तरह सेवा दे विच रहिंदा उसनूं बहुत प्यारी, बहुत वड्डी, उच्ची सुच्ची जिहड़ी अवस्था जिहड़ी है वो प्राप्त हो जाती है। सतगुर सेवा महानिर्वाणे। जिन तू जाता सो गृहस्थ उदासी प्रवान। जिस मनुख ने तेनों जान लिया, तेरे नाल सांझ पा लई, वो असल दे विच सच्चा गृहस्थी, वो उदासी है, मतलब वो त्यागी भी है, वो एक रूप दे विच उदासी भी है। उदासीनता मतलब ये सारे गुण जिहड़े ने उस गृहस्थी दे विच आ गए। जिन तू जाता, जिन्हां ने उसनूं पछाण लिया वो त्यागी भी बन गया। उसने माड़ियां चीज़ां तो सन्यास भी ले लिया, वो सन्यासी भी बन गया। दूजा सन्यासी नहीं, जिसने माड़ियां चीज़ों को त्याग दिता वो त्यागी है। जिन्हें घर नूं त्याग के जंगलों में चला गया वो त्यागी सन्यासी नहीं है। जिहड़ा गृहस्थ विच रहिंदे होए अपने मन ते कंट्रोल करदा, महाराज जी कहंदे वो ब्रह्मचारी भी है। जिहड़ा अपने धर्म जत सत विच पक्का रहिंदा है उन्होंने ब्रह्मचारी भी असीं कह सकते हैं, ब्रह्म ज्ञानी भी कह सकते हैं। जिन तू जाता सो गृहस्थ उदासी प्रवान, वो तेरियां नज़रां विच कबूल है। नाम रता सोई निर्वाण। सो जो नाम दे रंग विच रंगिया गया वो वासना तो बच गया, वासना तो रहत हो गया। आखिरी पंक्ति, जाको मिलियो नाम निधाना। जिस मनुख नूं नाम का खजाना मिल गया, भणत नानक तागा पूर खजाना। ਉਹਦਾ जीवन आत्मक गुणा, ਉਹਨਾਂ ਦਾ जीवन आत्मक जीवन ਜਿਹੜਾ गुणा ਦੇ ਨਾਲ ਹਮੇਸ਼ਾ ਭਰਿਆ ਰਹਿੰਦਾ ਹੈ। ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਮਿਲਦਾ ਹੈ।
ਜਦੋਂ ਰੱਬ ਸਾਡੇ 'ਤੇ ਖੁਸ਼ ਹੋਏਗਾ, ਜਿੰਨੇ ਵੀ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਭਜਨ ਕਰਦੇ ਹਾਂ, ਕੀਰਤਨ ਕਥਾ ਕਰਦੇ ਹਾਂ ਅਤੇ ਦਾਨ ਪੁੰਨ ਕਰਦੇ ਹਾਂ, ਅਤੇ ਇਹ ਸਭ ਨੂੰ ਦੇਖ ਕੇ ਜਦੋਂ ਰੱਬ ਸਾਡੇ 'ਤੇ ਖੁਸ਼ ਹੋਏਗਾ, ਸਾਨੂੰ ਪਤਾ ਕੀ ਦੇਗਾ? ਸਾਨੂੰ ਲੱਗਦਾ ਸ਼ਾਇਦ ਸਾਨੂੰ ਅਮੀਰ ਬਣਾ ਦੇਗਾ, ਸਾਨੂੰ ਬਹੁਤ ਵੱਡੇ ਵੱਡੇ ਘਰ ਦੇ ਦੇਗਾ। ਮਹਾਰਾਜ ਜੀ ਕਹਿੰਦੇ ਜਦੋਂ ਉਹ ਤੁੱਠਾ ਹੈ ਨਾ, ਜਦੋਂ ਉਹ ਤੁੱਠਦਾ ਤੇ ਗੁਣ ਦਿੰਦਾ, ਗੁਣ। ਪੈਸੇ ਮੁੱਕ ਜਾਂਦੇ ਨੇ, ਧਿਆਨ ਦੇਣਾ, ਘਰ ਦੇ ਵਿੱਚ ਪਏ ਪੈਸੇ ਮੁੱਕ ਜਾਂਦੇ ਨੇ, ਤਿਜੋਰੀ ਤੇ ਬੈਂਕ ਵਿੱਚ ਪਏ ਮੁੱਕ ਜਾਂਦੇ ਨੇ, ਅਤੇ ਇਸ ਕਰਕੇ ਰੱਬ ਗੁਣ ਦਿੰਦਾ। ਗੁਣਾਂ ਦੇ ਨਾਲ ਪੈਸਾ ਵੀ ਆ ਜਾਂਦਾ, ਸ਼ੋਹਰਤ ਇੱਜ਼ਤ ਵੀ ਆ ਜਾਂਦੀ ਹੈ, ਅਤੇ ਦੁਨੀਆ ਦਾ ਰਾਜ ਵੀ ਆ ਜਾਂਦਾ ਜਿਹਦੇ ਵਿੱਚ ਗੁਣ ਹੋਣ। ਪੈਸੇ ਦੇ ਨਾਲ ਚੀਜ਼ਾਂ ਕਈ ਵਾਰ ਖਰੀਦ ਹੀ ਨਹੀਂ ਹੁੰਦੀਆਂ। ਮਾਰਕੀਟ ਵਿੱਚ ਚੀਜ਼ ਹੀ ਮੁੱਕ ਜਾਂਦੀ ਹੈ ਅਤੇ ਪੈਸੇ ਜੇਬ 'ਚ ਹੁੰਦੇ, ਕਹਿੰਦੇ ਆ ਹੀ ਨਹੀਂ ਰਹੀ, ਪਿੱਛੋਂ ਕਿੱਥੋਂ ਲੈ ਲਾਂਗੇ? ਪੈਸੇ ਦੇ ਨਾਲ ਸਭ ਕੁਝ ਨਹੀਂ ਖਰੀਦਿਆ ਜਾਂਦਾ, ਪਰ ਗੁਣਾਂ ਦੇ ਨਾਲ ਸਭ ਕੁਝ ਮਿਲ ਜਾਂਦਾ ਹੈ। ਦੁਨੀਆ ਸਾਧੂ ਸੰਤਾਂ ਫਕੀਰਾਂ ਦੇ ਪਿੱਛੇ, ਭਗਤਾਂ ਦੇ ਪਿੱਛੇ ਕਿਉਂ ਲੱਗੀ ਫਿਰਦੀ ਹੈ? ਉਹਨਾਂ ਦੇ ਮੋਢੇ 'ਤੇ ਪਰਨਾ ਹੁੰਦਾ ਹੈ ਅਤੇ ਉਹਨਾਂ ਦੇ ਕੋਲ ਵੀ ਕੁਝ ਨਹੀਂ ਹੁੰਦਾ। ਲੋਕ ਉਹਨਾਂ ਦੇ ਪਿੱਛੇ ਪਿੱਛੇ, ਕਿਉਂਕਿ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਉਹ ਰੱਬ ਦੇ ਨੇ, ਰੱਬ ਉਹਨਾਂ ਦਾ। ਉਹਨਾਂ ਦੇ ਵਿੱਚ ਬਹੁਤ ਵੱਡੇ ਗੁਣ ਹੁੰਦੇ ਨੇ ਜਿਹੜੇ ਪਰਮਾਤਮਾ ਪਾਸੋਂ ਉਹਨਾਂ ਨੇ ਪ੍ਰਾਪਤ ਕੀਤੇ ਹੁੰਦੇ ਨੇ। ਉਹਨਾਂ ਗੁਣਾਂ ਕਰਕੇ ਲੋਕ ਜਿਹੜੇ ਨੇ ਉਹ ਗੁਰਮੁਖਾਂ ਕੋਲ, ਸੰਤਾਂ ਮਹਾਤਮਾ ਕੋਲ, ਰੱਬ ਦੇ ਪਿਆਰਿਆਂ ਕੋਲ ਜਾਂਦੇ ਨੇ ਵੀ ਜਿਹੜੀ ਬਰਕਤ ਇਹਨਾਂ ਕੋਲ ਹੈ, ਇਹਨਾਂ ਨੇ ਕਿਵੇਂ ਪ੍ਰਾਪਤ ਕੀਤੀ ਹੈ, ਪੁੱਛੋ ਜਾਏ ਸਿਆਣਿਆਂ, ਅਤੇ ਸਾਨੂੰ ਵੀ ਉਹ ਮਿਹਰ ਕਿਰਪਾ ਬਰਕਤ ਜਿਹੜੀ ਮਿਲ ਜਾਵੇ। ਸੋ ਇਸ ਕਰਕੇ ਗੁਣ ਜਿਹੜੇ ਨੇ ਉਹ ਖਜ਼ਾਨਾ ਹਨ, ਕਰੰਸੀ ਖਜ਼ਾਨਾ ਨਹੀਂ ਹੈ। ਭਨਤ ਨਾਨਕ ਤਾਕਾ ਪੂਰ ਖਜ਼ਾਨਾ, ਉਹਦਾ ਆਤਮਿਕ ਜੀਵਨ ਗੁਣਾਂ ਦੇ ਖਜ਼ਾਨੇ ਨਾਲ ਸਦਾ ਭਰਿਆ ਰਹਿੰਦਾ ਹੈ। ਉਹਦਾ ਜੀਵਨ ਗੁਣਾਂ ਦੇ ਖਜ਼ਾਨੇ ਦੇ ਨਾਲ ਹਮੇਸ਼ਾ ਭਰਿਆ ਰਹਿੰਦਾ ਹੈ। ਮਨੁੱਖ ਦੀ ਜੇਬ ਭਾਵੇਂ ਪੈਸਿਆਂ ਨਾਲ ਭਰੀ ਹੋਵੇ, ਪਰ ਜੇ ਬੰਦਾ ਅੰਦਰੋਂ ਗੁਣਾਂ ਦੁਆਰਾ ਖਾਲੀ ਹੋਵੇ ਤਾਂ ਸਭ ਕੁਝ ਖਾਲੀ ਖਾਲੀ ਲੱਗਦਾ। ਪਰ ਜੇ ਅੰਦਰ ਗੁਣ ਹੋਣ ਤੇ ਭਾਵੇਂ ਜੇਬ ਵਿੱਚ ਕੁਛ ਵੀ ਨਾ ਹੋਵੇ ਤਾਂ ਵੀ ਭਰਿਆ ਭਰਿਆ ਲੱਗਦਾ। ਗੁਣ ਖਜ਼ਾਨਾ ਹਨ, ਗੁਣ ਖਜ਼ਾਨਾ ਹੈ, ਗੁਣ ਨਿਧਾਨ ਹੈ। ਸੋ ਇਸ ਕਰਕੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਭਨਤ ਨਾਨਕ ਤਾਕਾ ਪੂਰ ਖਜ਼ਾਨਾ। ਉਸ ਦੇ ਆਤਮਿਕ ਜੀਵਨ ਦੇ ਵਿੱਚ ਗੁਣ ਹੀ ਗੁਣ ਪੈਦਾ ਹੁੰਦੇ ਹਨ, ਮਿਲਦੇ ਹਨ, ਅਤੇ ਗੁਣਾਂ ਦਾ ਖਜ਼ਾਨਾ ਹਮੇਸ਼ਾ ਸਦਾ ਭਰਿਆ ਰਹਿੰਦਾ ਹੈ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ, ਜੋ ਮਹਾਰਾਜ ਜੀ ਨੇ ਬੜੀ ਮਿਹਰ ਦਇਆ ਕਿਰਪਾ ਕਰਕੇ ਸੇਵਾ ਲਈ ਹੈ। ਇਹਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ, ਸਭ ਦਾ ਜੀਵਨ ਗੁਰਮਤਿ ਵਾਲਾ ਬਣੇ। ਮਹਾਰਾਜ ਸਾਡੇ 'ਤੇ ਮਿਹਰ ਕਰਨਾ, ਸਾਨੂੰ ਤਾਰ ਦੇਣਾ, ਸਿੱਧੇ ਰਾਹ ਪਾ ਦੇਣਾ, ਸਾਡੇ ਔਗਣਾਂ ਨੂੰ ਬਖਸ਼ ਦੇਣਾ ਔਰ ਮਾਰਗ ਦਰਸ਼ਨ ਕਰਨਾ, ਔਰ ਇਸ ਜੀਵਨ ਨੂੰ ਸਫਲ ਕਰ ਦੇਣਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।